ਹੈਲੋ ਐਂਡ ਵੈਲਕਮ ਟੂ ਦ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 10th ਇੰਗਲਿਸ਼ ਦਾ ਚੈਪਟਰ ਜਿਸ ਦਾ ਨਾਂ ਹੈ ਦ ਮੇਕਿੰਗ ਆਫ ਦ ਅਰਥ, ਜਿਸ ਦੇ ਰਾਈਟਰ ਹਨ ਜਵਾਹਰ ਲਾਲ ਨਹਿਰੂ। ਸਟੂਡੈਂਟਸ, ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਇਸ ਚੈਪਟਰ ਨੂੰ ਪੜਾਂਗੇ ਤੇ ਨਾਲ ਦੀ ਨਾਲ ਪੰਜਾਬੀ ਵਿੱਚ ਐਕਸਪਲੇਨ ਵੀ ਕਰਾਂਗੇ। ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਚੈਪਟਰ ਦੇ ਕੁਐਸਚਨ ਆਨਸਰਸ ਅਤੇ ਆਬਜੈਕਟਿਵ ਕੁਐਸਚਨਸ ਕਰਨੇ ਹਨ ਤਾਂ ਅਸੀਂ ਉਸ ਦੀ ਇੱਕ ਅਲੱਗ ਤੋਂ ਵੀਡੀਓ ਬਣਾਈ ਹੈ, ਜਿਸ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ। ਤੇ ਇਸ ਚੈਪਟਰ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਜ਼ਰੂਰ ਦੇਖੋ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਜਵਾਹਰ ਲਾਲ ਨਹਿਰੂ ਵਾਜ਼ ਅ ਪ੍ਰੋਲਿਫਿਕ ਰਾਈਟਰ। ਪ੍ਰੋਲਿਫਿਕ ਦਾ ਅਰਥ ਹੁੰਦਾ ਹੈ ਬਹੁ ਸਰਜਕ, ਮੀਨਸ ਕਿ ਬਹੁਤ ਜ਼ਿਆਦਾ ਲਿਖਣ ਵਾਲਾ। ਪ੍ਰੋਲਿਫਿਕ ਰਾਈਟਰ ਮੀਨਸ ਕਿ ਜ਼ਿਆਦਾ ਲੇਖ ਲਿਖਣ ਵਾਲਾ। ਤੇ ਜਵਾਹਰ ਲਾਲ ਨਹਿਰੂ ਜੀ ਇੱਕ ਪ੍ਰੋਲਿਫਿਕ ਰਾਈਟਰ ਸਨ ਕਿ ਉਹ ਬਹੁਤ ਜ਼ਿਆਦਾ ਲਿਖਦੇ ਸਨ। ਹੀ ਵਾਜ਼ ਐਨ ਓਰੀਜਨਲ ਥਿੰਕਰ ਐਂਡ ਹੈਡ ਗ੍ਰੇਟ ਇਨਸਾਈਟ। ਉਹ ਮੌਲਿਕ ਅਤੇ ਡੂੰਘੀ ਵਿਚਾਰਧਾਰਾ ਵਾਲੇ ਵਿਅਕਤੀ ਸਨ। ਹਿਸ ਫੇਮਸ ਬੁੱਕਸ ਆਰ ਗਲਿੰਪਸਸ ਆਫ ਵਰਲਡ ਹਿਸਟਰੀ ਐਂਡ ਡਿਸਕਵਰੀ ਆਫ ਇੰਡੀਆ। ਅਤੇ ਉਹਨਾਂ ਦੀ ਮਸ਼ਹੂਰ ਕਿਤਾਬਾਂ ਸਨ ਵਿਸ਼ਵ ਦੇ ਇਤਿਹਾਸ ਦੀ ਝਲਕ ਅਤੇ ਭਾਰਤ ਦੀ ਖੋਜ। This small piece is an extract from Nehru's letters from a father to his daughter, which he wrote to his daughter Indira in the summer of 1928 when she was at Mussoorie। ਤੇ ਜਦੋਂ ਪੰਡਿਤ ਨਹਿਰੂ ਦੀ ਧੀ ਇੰਦਿਰਾ 1928 ਵਿੱਚ ਮਸੂਰੀ ਵਿੱਚ ਸੀ ਤੇ ਉਸ ਸਮੇਂ ਪੰਡਿਤ ਨਹਿਰੂ ਨੇ ਇੰਦਿਰਾ ਨੂੰ ਚਿੱਠੀਆਂ ਲਿਖੀਆਂ ਸੀਗੀਆਂ ਤੇ ਉਹ ਚਿੱਠੀਆਂ ਇੱਕ ਪੁਸਤਕ ਵਿੱਚ ਦਰਜ ਹਨ, ਲੈਟਰਸ ਫਰੋਮ ਅ ਫਾਦਰ ਟੂ ਹਿਸ ਡਾਟਰ। ਤੇ ਇਹ ਜਿਹੜਾ ਅਸੀਂ ਪਾਠ ਪੜ੍ਹਨ ਜਾ ਰਹੇ ਹਾਂ ਉਹਨਾਂ ਚਿੱਠੀਆਂ ਵਿੱਚੋਂ ਹੀ ਇੱਕ ਚਿੱਠੀ ਹੈ। This bunch of 30 letters contains essential facts of evolution of man beginning from the making of the earth to the great age of the Ramayana and the Mahabharat। ਤੇ ਪੰਡਿਤ ਨਹਿਰੂ ਨੇ ਜਿਹੜੀਆਂ 30 ਚਿੱਠੀਆਂ ਲਿਖੀਆਂ ਉਹ 30 ਖਤਾਂ ਦੇ ਸਮੂਹ ਵਿੱਚ ਮਨੁੱਖ ਦੇ ਵਿਕਾਸ ਬਾਰੇ ਜ਼ਰੂਰੀ ਤੱਥ ਦਿੱਤੇ ਗਏ ਸਨ। ਪ੍ਰਿਥਵੀ ਦੀ ਬਣਤਰ ਤੋਂ ਲੈ ਕੇ ਰਮਾਇਣ ਅਤੇ ਮਹਾਭਾਰਤ ਦੇ ਮਹਾਨ ਕਾਲ ਤੱਕ ਸਭ ਕੁਝ ਇਹਨਾਂ ਚਿੱਠੀਆਂ ਵਿੱਚ ਲਿਖਿਆ ਹੋਇਆ ਸੀ। In this letter, Nehru begins by defining the solar system to which our earth belongs। ਤੇ ਇਸ ਲੈਟਰ ਦੇ ਇਸ ਖਤ ਦੇ ਸ਼ੁਰੂ ਵਿੱਚ ਪੰਡਿਤ ਨਹਿਰੂ ਸੋਲਰ ਸਿਸਟਮ ਸੌਰ ਮੰਡਲ ਦੀ ਗੱਲ ਕਰਦੇ ਹਨ ਤੇ ਸਾਡੀ ਧਰਤੀ ਵੀ ਇਸ ਸੌਰ ਮੰਡਲ ਦਾ, ਇਸ ਸੋਲਰ ਸਿਸਟਮ ਦਾ ਇੱਕ ਹਿੱਸਾ ਹੈ। He goes on to differentiate between a planet and a star। ਤੇ ਉਸ ਤੋਂ ਬਾਅਦ ਪੰਡਿਤ ਨਹਿਰੂ ਡਿਫਰੈਂਸ ਦੱਸਦੇ ਹਨ, ਫਰਕ ਦੱਸਦੇ ਹਨ ਇੱਕ ਪਲੈਨਟ, ਇੱਕ ਗ੍ਰਹਿ ਅਤੇ ਇੱਕ ਸਟਾਰ ਦੇ ਵਿੱਚ। ਤੇ ਤਾਰੇ ਤੇ ਗ੍ਰਹਿ ਦੇ ਵਿੱਚ ਕੀ ਫਰਕ ਹੁੰਦਾ ਉਹ ਦੱਸਦੇ ਹਨ। He later talks of breaking away of the earth from the sun, the breaking away of the moon from the earth। ਤੇ ਉਸ ਤੋਂ ਬਾਅਦ ਨਹਿਰੂ ਦੱਸਦੇ ਹਨ ਕਿ ਸੂਰਜ ਵਿੱਚੋਂ ਧਰਤੀ ਕਿਸ ਤਰ੍ਹਾਂ ਬਣੀ ਤੇ ਅਰਥ ਵਿੱਚੋਂ ਮੂਨ ਹੈ ਉਹ ਕਿਸ ਤਰ੍ਹਾਂ ਬਣਿਆ। The gradual cooling of the earth and the moon, the condensation of vapors on the surface of the earth and the formation of the great oceans। ਤੇ ਉਸ ਤੋਂ ਬਾਅਦ ਸਾਨੂੰ ਦੱਸਿਆ ਗਿਆ ਕਿ ਧਰਤੀ ਅਤੇ ਚੰਦਰਮਾ ਕਿਸ ਤਰ੍ਹਾਂ ਠੰਡੇ ਹੋਏ ਤੇ ਕੰਡੈਂਸੇਸ਼ਨ ਹੋਈ ਤੇ ਉਸ ਕੰਡੈਂਸੇਸ਼ਨ ਨਾਲ ਗ੍ਰੇਟ ਓਸ਼ੀਅਨਸ, ਮਹਾਸਾਗਰ ਬਣੇ। ਤੇ ਇਨ ਸ਼ਾਰਟ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਪਾਠ ਵਿੱਚ ਸਾਨੂੰ ਸੋਲਰ ਸਿਸਟਮ ਦੇ ਬਾਰੇ ਦੱਸਿਆ ਗਿਆ ਤੇ ਇਹ ਦੱਸਿਆ ਗਿਆ ਕਿ ਅਰਥ ਹੈ ਉਹ ਕਿਸ ਤਰ੍ਹਾਂ ਬਣੀ ਸਨ ਤੋਂ ਤੇ ਮੂਨ ਕਿਸ ਤਰ੍ਹਾਂ ਬਣੇ ਅਰਥ ਵਿੱਚੋਂ ਅਤੇ ਸਾਗਰ ਅਤੇ ਮਹਾਸਾਗਰ ਕਿਸ ਤਰ੍ਹਾਂ ਬਣੇ। ਤੇ ਆਓ ਹੁਣ ਅਸੀਂ ਇਸ ਪਾਠ ਨੂੰ ਪੜ੍ਹਦੇ ਹਾਂ। You know that the earth goes around the sun and the moon goes around the earth। ਤੁਹਾਨੂੰ ਪਤਾ ਹੈ ਕਿ ਪ੍ਰਿਥਵੀ ਸੂਰਜ ਦੇ ਆਲੇ ਦੁਆਲੇ ਚੱਕਰ ਕੱਟਦੀ ਹੈ ਅਤੇ ਚੰਦਰਮਾ ਪ੍ਰਿਥਵੀ ਦੇ ਆਲੇ ਦੁਆਲੇ ਚੱਕਰ ਕੱਟਦਾ ਹੈ ਜਾਂ ਪ੍ਰਿਥਵੀ ਦੇ ਆਲੇ ਦੁਆਲੇ ਘੁੰਮਦਾ ਹੈ। You know also perhaps that there are several other bodies which like the earth go around the sun। ਸ਼ਾਇਦ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਕਈ ਹੋਰ ਗ੍ਰਹਿ ਵੀ ਹਨ ਜਿਹੜੇ ਕਿ ਪ੍ਰਿਥਵੀ ਦੀ ਤਰ੍ਹਾਂ ਸੂਰਜ ਦੇ ਆਲੇ ਦੁਆਲੇ ਚੱਕਰ ਕੱਟਦੇ ਹਨ। All these, including our earth, are called planets of the sun। ਸਾਡੀ ਪ੍ਰਿਥਵੀ ਸਮੇਤ ਇਹਨਾਂ ਸਾਰਿਆਂ ਨੂੰ ਸੂਰਜ ਦੇ ਗ੍ਰਹਿ ਕਿਹਾ ਜਾਂਦਾ ਹੈ। The moon is called a satellite of the earth because it hangs onto it। ਚੰਨ ਨੂੰ ਧਰਤੀ ਦਾ ਉਪਗ੍ਰਹਿ ਕਿਹਾ ਜਾਂਦਾ ਹੈ ਕਿਉਂਕਿ ਉਹ ਇਸ ਦੇ ਨਾਲ ਲਟਕਿਆ ਰਹਿੰਦਾ ਹੈ। The other planets also got their satellites। ਹੋਰ ਗ੍ਰਹਿਆਂ ਦੇ ਵੀ ਆਪਣੇ ਉਪਗ੍ਰਹਿ ਹੈਗੇ ਹਨ। The sun and the planets with their satellites form a happy family। ਸੂਰਜ ਅਤੇ ਉਸ ਦੇ ਗ੍ਰਹਿ ਆਪਣੇ ਆਪਣੇ ਉਪਗ੍ਰਹਿਆਂ ਸਮੇਤ ਇੱਕ ਖੁਸ਼ਹਾਲ ਪਰਿਵਾਰ ਬਣਾਉਂਦੇ ਹਨ। This is called the solar system। ਤੇ ਇਸ ਪਰਿਵਾਰ ਨੂੰ ਸੌਰ ਮੰਡਲ ਕਿਹਾ ਜਾਂਦਾ ਹੈ। Solar means belonging to the sun and the sun being the father of all the planets, the whole group is called solar system।
ਤੇ ਸੌਰ ਦਾ ਅਰਥ ਹੁੰਦਾ ਸੂਰਜ ਨਾਲ ਸੰਬੰਧ ਰੱਖਣ ਵਾਲਾ, ਤੇ ਕਿਉਂਕਿ ਸੂਰਜ ਸਭ ਗ੍ਰਹਿਾਂ ਦਾ ਪਿਤਾ ਹੈ, ਇਸ ਲਈ ਪੂਰੇ ਸਮੂਹ ਨੂੰ ਸੌਰ ਮੰਡਲ ਕਿਹਾ ਜਾਂਦਾ। ਐਟ ਨਾਈਟ ਯੂ ਸੀ ਥਾਊਜ਼ੈਂਡਸ ਆਫ ਸਟਾਰਸ ਇਨ ਦਾ ਸਕਾਈ। ਰਾਤ ਦੇ ਸਮੇਂ ਤੁਸੀਂ ਆਕਾਸ਼ ਵਿੱਚ ਹਜ਼ਾਰਾਂ ਤਾਰਿਆਂ ਨੂੰ ਦੇਖਦੇ ਹੋ। ਓਨਲੀ ਅ few of these are called planets and these are really not called stars at all। ਇਹਨਾਂ ਵਿੱਚੋਂ ਕੇਵਲ ਕੁਝ ਹੀ ਗ੍ਰਹਿ ਹੁੰਦੇ ਹਨ ਤੇ ਇਹਨਾਂ ਨੂੰ ਅਸਲ ਵਿੱਚ ਤਾਰੇ ਬਿਲਕੁਲ ਵੀ ਨਹੀਂ ਕਿਹਾ ਜਾਂਦਾ। ਕੈਨ ਯੂ ਡਿਸਟਿੰਗੁਇਸ਼ ਬਿਟਵੀਨ ਅ ਪਲੈਨਟ ਐਂਡ ਅ ਸਟਾਰ? ਕੀ ਤੁਸੀਂ ਗ੍ਰਹਿ ਅਤੇ ਇੱਕ ਤਾਰੇ ਵਿੱਚ ਫਰਕ ਕਰ ਸਕਦੇ ਹੋ? The planets are really quite tiny, like our Earth, compared to stars, but they look bigger in the sky because they are much nearer to us। ਸਾਡੀ ਧਰਤੀ ਵਾਂਗ ਹੀ ਅਸਲ ਵਿੱਚ ਤਾਰਿਆਂ ਦੀ ਤੁਲਨਾ ਵਿੱਚ ਗ੍ਰਹਿ ਕਾਫੀ ਛੋਟੇ ਹੁੰਦੇ ਹਨ, ਪਰ ਉਹ ਆਕਾਸ਼ ਵਿੱਚ ਜ਼ਿਆਦਾ ਵੱਡੇ ਦਿਖਾਈ ਦਿੰਦੇ ਹਨ ਕਿਉਂਕਿ ਉਹ ਸਾਡੇ ਬਹੁਤ ਨੇੜੇ ਹੁੰਦੇ ਹਨ। Just as the moon, which is in reality quite a baby, looks so big because it is quite near to us। ਬਿਲਕੁਲ ਉਸੇ ਹੀ ਤਰ੍ਹਾਂ ਚੰਨ ਵੀ, ਜਿਹੜਾ ਅਸਲ ਵਿੱਚ ਇੱਕ ਛੋਟੇ ਬੱਚੇ ਦੇ ਸਮਾਨ ਹੈ, ਇੰਨਾ ਵੱਡਾ ਦਿਖਾਈ ਦਿੰਦਾ ਹੈ। ਤੇ ਵੱਡਾ ਕਿਉਂ ਦਿਖਾਈ ਦਿੰਦਾ ਹੈ? ਕਿਉਂਕਿ ਇਹ ਸਾਡੇ ਬਹੁਤ ਨੇੜੇ ਹੈ। But the real way to distinguish stars from the planets is to see if they twinkle or not। Stars twinkle, planets do not। ਪਰ ਤਾਰਿਆਂ ਤੇ ਗ੍ਰਹਿਆਂ ਵਿੱਚ ਫਰਕ ਜਾਣਨ ਦਾ ਅਸਲੀ ਤਰੀਕਾ ਇਹ ਹੈ ਕਿ ਅਸੀਂ ਉਹਨਾਂ ਨੂੰ ਦੇਖੀਏ ਕਿ ਉਹ ਟਿਮਟਿਮਾ ਰਹੇ ਹਨ ਜਾਂ ਨਹੀਂ, ਟਵਿੰਕਲ ਕਰ ਰਹੇ ਹਨ ਜਾਂ ਨਹੀਂ। ਤੇ ਸਟਾਰਸ, ਤਾਰੇ ਟਵਿੰਕਲ ਕਰਦੇ ਹਨ ਪਰ ਗ੍ਰਹਿ ਟਵਿੰਕਲ ਨਹੀਂ ਕਰਦੇ। This is because the planets only shine because they get the light of our sun। It is only the sunshine on the planets or the moon that we see। ਤੇ ਇਹ ਇਸ ਲਈ ਹੈ ਕਿ ਗ੍ਰਹਿ ਸਿਰਫ ਇਸ ਕਰਕੇ ਚਮਕਦੇ ਹਨ ਕਿਉਂਕਿ ਉਹਨਾਂ ਵਿੱਚ ਸੂਰਜ ਦੀ ਰੋਸ਼ਨੀ ਹੁੰਦੀ ਹੈ, ਤੇ ਗ੍ਰਹਿ ਅਤੇ ਚੰਦਰਮਾ ਵਿੱਚ ਸਿਰਫ ਸੂਰਜ ਦੀ ਰੋਸ਼ਨੀ ਹੁੰਦੀ ਹੈ ਜਿਸ ਨੂੰ ਅਸੀਂ ਦੇਖਦੇ ਹਾਂ, ਕਿ ਉਹਨਾਂ ਦੀ ਆਪਣੀ ਰੋਸ਼ਨੀ ਨਹੀਂ ਹੁੰਦੀ, ਉਹਨਾਂ ਵਿੱਚ ਸੂਰਜ ਦੀ ਰੋਸ਼ਨੀ ਹੁੰਦੀ ਹੈ। The real stars are like our sun। ਤੇ ਜਿਹੜੇ ਅਸਲੀ ਤਾਰੇ ਹੁੰਦੇ ਹਨ ਉਹ ਸੂਰਜ ਦੀ ਤਰ੍ਹਾਂ ਹੀ ਹੁੰਦੇ ਹਨ। They shine themselves because they are very hot and burning। ਉਹ ਆਪਣੇ ਆਪ ਹੀ ਆਪਣੇ ਪ੍ਰਕਾਸ਼ ਨਾਲ ਹੀ ਚਮਕਦੇ ਹਨ ਕਿਉਂਕਿ ਉਹ ਬਹੁਤ ਜ਼ਿਆਦਾ ਗਰਮ ਹੁੰਦੇ ਹਨ। In reality, our sun itself is a star, only it looks bigger as it is nearer and we see it as a great ball of fire। ਅਸਲ ਵਿੱਚ ਸਾਡਾ ਸੂਰਜ ਆਪ ਇੱਕ ਤਾਰਾ ਹੈ, ਕੇਵਲ ਉਹ ਜ਼ਿਆਦਾ ਵੱਡਾ ਦਿਖਾਈ ਦਿੰਦਾ ਹੈ ਕਿਉਂਕਿ ਇਹ ਜ਼ਿਆਦਾ ਨੇੜੇ ਹੈ ਤੇ ਅਸੀਂ ਇਸ ਨੂੰ ਇੱਕ ਅੱਗ ਦੀ ਵਿਸ਼ਾਲ ਗੇਂਦ ਵਾਂਗ ਦੇਖਦੇ ਹਾਂ। So our Earth belongs to the family of the sun, the solar system। ਇਸ ਲਈ ਸਾਡੀ ਧਰਤੀ ਸੂਰਜ ਦੇ ਪਰਿਵਾਰ ਸੌਰ ਮੰਡਲ ਨਾਲ ਸੰਬੰਧ ਰੱਖਦੀ ਹੈ। We think the Earth is very big and it is big compared to our tiny selves। ਤੇ ਅਸੀਂ ਇਹ ਸੋਚਦੇ ਹਾਂ ਕਿ ਧਰਤੀ ਬਹੁਤ ਵੱਡੀ ਹੈ ਤੇ ਸਾਡੇ ਛੋਟੇ ਜਿਹੇ ਜੀਵਾਂ ਦੇ ਮੁਕਾਬਲੇ ਤਾਂ ਧਰਤੀ ਬਹੁਤ ਵੱਡੀ ਹੈ। It takes weeks and months to go from one part of it to another, even in a fast train or a steamer। ਕਿਸੇ ਤੇਜ਼ ਰੇਲ ਗੱਡੀ ਜਾਂ ਸਟੀਮਰ ਦੁਆਰਾ ਵੀ ਇਸ ਦੇ ਇੱਕ ਭਾਗ ਤੋਂ ਦੂਜੇ ਭਾਗ ਤੱਕ ਜਾਣ ਲਈ ਸਾਨੂੰ ਕਈ ਹਫ਼ਤੇ ਤੇ ਕਈ ਮਹੀਨੇ ਲੱਗ ਜਾਂਦੇ ਹਨ। But although it seems so big to us, it is just like a speck of dust hanging in the air। ਤੇ ਇੱਥੇ ਇੱਕ ਵਰਡ ਯੂਜ਼ ਹੋਇਆ ਸਪੈਕ, SPECK, ਜਿਸ ਦਾ ਅਰਥ ਹੁੰਦਾ ਹੈ ਕਣ। ਸਪੈਕ ਆਫ ਡਸਟ ਮੀਨਸ ਕਿ ਡਸਟ ਦਾ ਇੱਕ ਕਣ। ਤੇ ਭਾਵੇਂ ਸਾਨੂੰ ਜਿਹੜੀ ਧਰਤੀ ਉਹ ਵਿਸ਼ਾਲ ਦਿਸਦੀ ਹੈ, ਪਰ ਇਹ ਬਿਲਕੁਲ ਹੀ ਹਵਾ ਵਿੱਚ ਲਟਕੇ ਹੋਏ ਧੂੜ ਦੇ ਕਣ ਦੇ ਸਮਾਨ ਹੈ। ਮੀਨਸ ਕਿ ਜੇ ਅਸੀਂ ਪੂਰੇ ਸੋਲਰ ਸਿਸਟਮ ਨੂੰ ਦੇਖੀਏ ਤਾਂ ਧਰਤੀ ਬਹੁਤ ਹੀ ਛੋਟੀ ਹੈ। The sun is millions of miles away and the other stars are even further away। ਸੂਰਜ ਸਾਡੇ ਤੋਂ ਲੱਖਾਂ ਮੀਲ ਦੀ ਦੂਰੀ ਤੇ ਹੈ ਤੇ ਹੋਰ ਤਾਰੇ ਹੋਰ ਵੀ ਜ਼ਿਆਦਾ ਦੂਰੀ ਤੇ ਹਨ। Astronomers, those who study the stars, tell us that long ago the earth and the planets were part of the sun। Astronomers ਹੁੰਦਾ ਹੈ ਖਗੋਲ ਵਿਗਿਆਨੀ ਜੋ ਕਿ ਸਟਾਰਸ ਦੀ ਸਟੱਡੀ ਕਰਦੇ ਹਨ ਤੇ ਉਹ ਸਾਨੂੰ ਦੱਸਦੇ ਹਨ ਕਿ ਬਹੁਤ ਸਮਾਂ ਪਹਿਲਾਂ ਧਰਤੀ ਤੇ ਸਾਰੇ ਗ੍ਰਹਿ ਸੂਰਜ ਦਾ ਹਿੱਸਾ ਹੁੰਦੇ ਸਨ। The sun was then, as it is now, a mass of flaming matter, terribly hot। ਤੇ ਸੂਰਜ ਉਸ ਸਮੇਂ ਜਿਵੇਂ ਕਿ ਅੱਜ ਵੀ ਹੈ ਜਲਦੇ ਹੋਏ ਪਦਾਰਥ ਜਿਹੜਾ ਬਹੁਤ ਜ਼ਿਆਦਾ ਗਰਮ ਸੀ, ਉਸ ਵਾਂਗ ਸੀ। Somehow little bits of the sun got loose and they shot out into the air। ਤੇ ਹੋਇਆ ਕਿ ਇਸ ਤੋਂ ਬਾਅਦ ਸੂਰਜ ਦੇ ਕੁਝ ਛੋਟੇ ਟੁਕੜੇ
ਸੂਰਜ ਤੋਂ ਅਲੱਗ ਹੋ ਗਏ ਅਤੇ ਤੇਜ਼ੀ ਨਾਲ ਹਵਾ ਵਿੱਚ ਚਲੇ ਗਏ, ਸ਼ਾਰਟ ਆਊਟ ਹੋ ਗਏ। ਬਟ ਦੇ ਕੁਡ ਨਾਟ ਹੋਲੀ ਗੈਟ ਰਿਡ ਆਫ देयर ਫਾਦਰ ਦ ਸਨ, ਪਰ ਉਹ ਪੂਰੀ ਤਰ੍ਹਾਂ ਆਪਣੇ ਪਿਤਾ ਸੂਰਜ ਤੋਂ ਛੁਟਕਾਰਾ ਨਾ ਪਾ ਸਕੇ। It was as if a rope was tied to them and they kept whirling round the sun. ਤੇ ਇੱਥੇ ਇੱਕ ਵਰਡ ਯੂਜ਼ ਹੋਇਆ whirling, ਜਿਸ ਦਾ ਅਰਥ ਹੁੰਦਾ ਤੇਜ਼ੀ ਨਾਲ ਚੱਕਰ ਲਗਾਉਣਾ। ਤੇ ਹੁਣ ਇਸ ਤਰ੍ਹਾਂ ਸੀਗਾ ਜਿਵੇਂ ਪਲੈਨਟਸ ਨੂੰ ਕਿਸੇ ਨੇ ਰੱਸੀ ਦੇ ਨਾਲ ਬੰਨ੍ਹ ਦਿੱਤਾ ਤੇ ਉਹ ਸੂਰਜ ਦੇ ਆਲੇ ਦੁਆਲੇ ਚੱਕਰ ਲਗਾ ਰਹੇ ਹਨ। This strange force, which I have compared to a rope, is something which attracts little things to great. ਇਹ ਅਦਭੁਤ ਤਾਕਤ ਜਿਸ ਦੀ ਤੁਲਨਾ ਰੱਸੀ ਨਾਲ ਕੀਤੀ ਗਈ ਹੈ, ਇੱਕ ਅਜਿਹੀ ਚੀਜ਼ ਹੈ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਵੱਡੀ ਚੀਜ਼ ਵੱਲ ਖਿੱਚ ਲੈਂਦੀ ਹੈ। ਤੇ ਉਹ ਅਜਿਹੀ ਫੋਰਸ ਹੈ ਜਿਹੜੀ ਛੋਟੀਆਂ ਚੀਜ਼ਾਂ ਕਿਹੜੀਆਂ? ਪਲੈਨਟਸ, ਤੇ ਵੱਡੀ ਚੀਜ਼ ਕਿਹੜੀ ਹੈ? ਸੂਰਜ। ਤੇ ਕੋਈ ਸਟ੍ਰੇਂਜ ਤਾਕਤ ਹੈ ਜੋ ਕਿ ਪਲੈਨਟਸ ਨੂੰ ਸੂਰਜ ਦੇ ਵੱਲ ਅਟਰੈਕਟ ਕਰਕੇ ਰੱਖਦੀ ਹੈ। ਇਸ ਤਰ੍ਹਾਂ ਲੱਗਦਾ ਜਿਵੇਂ ਪਲੈਨਟਸ ਨੂੰ ਰੱਸੀ ਨਾਲ ਬੰਨਿਆ ਹੋਇਆ ਤੇ ਉਹ ਸੂਰਜ ਦੇ ਆਲੇ ਦੁਆਲੇ ਘੁੰਮਦੀ ਆ। It is the force which makes things fall by their weight. ਇਹੀ ਉਹ ਬਲ ਹੈ, ਇਹੀ ਉਹ ਤਾਕਤ ਹੈ ਜਿਹੜੀ ਚੀਜ਼ਾਂ ਨੂੰ ਆਪਣੇ ਭਾਰ ਕਰਕੇ ਡਿੱਗਣ ਲਈ ਮਜਬੂਰ ਕਰ ਦਿੰਦੀ ਹੈ। The earth, being the biggest thing near us, attracts everything we have. ਧਰਤੀ ਸਾਡੇ ਨੇੜੇ ਸਭ ਤੋਂ ਵੱਡੀ ਚੀਜ਼ ਹੋਣ ਕਰਕੇ ਸਾਡੀਆਂ ਸਭ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ। In this way, our earth also shot out from the sun. ਐਸੇ ਤਰ੍ਹਾਂ ਸਾਡੀ ਧਰਤੀ ਵੀ ਸੂਰਜ ਤੋਂ ਛਿਟਕ ਕੇ ਅਲੱਗ ਹੋ ਗਈ। It must have been very hot with terrible hot gases and air all around it, but as it was very much smaller than the sun, it started to cool. ਤੇ ਸਾਡੀ ਧਰਤੀ ਵਿੱਚ ਵੀ ਪਹਿਲਾਂ ਮੀਨਸ ਕਿ ਹੌਟ ਗੈਸਿਸ ਸਨ ਤੇ ਹਰ ਪਾਸੇ ਇਸ ਦੇ ਹਵਾ ਸੀ ਤੇ ਸਾਡੀ ਧਰਤੀ ਪਹਿਲਾਂ ਬਹੁਤ ਗਰਮ ਸੀ, ਪਰ ਕਿਉਂਕਿ ਇਹ ਸੂਰਜ ਤੋਂ ਬਹੁਤ ਛੋਟੀ ਸੀ ਤੇ ਇਹ ਛੇਤੀ ਹੀ ਠੰਡੀ ਹੋਣ ਲੱਗੀ। The sun also is getting less hot, but it will take millions of years to cool down. ਹੁਣ ਸੂਰਜ ਵੀ ਥੋੜਾ ਘੱਟ ਗਰਮ ਹੋ ਰਿਹਾ, ਪਰ ਇਸ ਨੂੰ ਕਈ ਲੱਖ ਸਾਲ ਲੱਗ ਜਾਣੇ ਨੇ ਠੰਡੇ ਹੋਣ ਨੂੰ। The earth took much less time to cool. ਤੇ ਧਰਤੀ ਨੂੰ ਥੋੜਾ ਸਮਾਂ ਲੱਗਾ ਠੰਡੇ ਹੋਣ ਨੂੰ ਕਿਉਂਕਿ ਉਸਦਾ ਸਾਈਜ਼ ਛੋਟਾ ਸੀ। When it was hot, of course, nothing could live on it. No man or animal or plant or tree. Everything would have been burnt up then. ਤੇ ਜਦੋਂ ਸਾਡੀ ਧਰਤੀ ਗਰਮ ਸੀ, ਜਦੋਂ ਸੂਰਜ ਦਾ ਹੀ ਹਿੱਸਾ ਸੀ ਸੂਰਜ ਤੋਂ ਅਲੱਗ ਹੋ ਕੇ ਆਈ ਤਾਂ ਧਰਤੀ ਬਹੁਤ ਗਰਮ ਸੀ ਤੇ ਉਸ ਸਮੇਂ ਧਰਤੀ ਵਿੱਚ ਕੋਈ ਵੀ ਜੀਵਤ ਨਹੀਂ ਸੀ ਰਹਿ ਸਕਦਾ, ਲਾਈਫ ਹੀ ਪੋਸੀਬਲ ਨਹੀਂ ਸੀ। ਨਾ ਹੀ ਮਨੁੱਖ ਰਹਿ ਸਕਦਾ ਸੀ, ਨਾ ਹੀ ਜਾਨਵਰ, ਨਾ ਕੋਈ ਪੌਦਾ, ਨਾ ਕੋਈ ਦਰਖਤ। ਤੇ ਜੇ ਕੁਝ ਹੁੰਦਾ ਵੀ ਤਾਂ ਉਹ ਬਰਨਡ ਅਪ ਹੋ ਜਾਂਦਾ, ਜਲ ਜਾਂਦਾ, ਸੜ ਜਾਂਦਾ, ਕਿਉਂਕਿ ਪਹਿਲਾਂ ਧਰਤੀ ਬਹੁਤ ਗਰਮ ਸੀ। Just as a bit of sun shot out and became the earth, so also a bit of earth shot out and became the moon. ਕਿ ਜਿਵੇਂ ਸੂਰਜ ਦਾ ਇੱਕ ਟੁਕੜਾ ਅਲੱਗ ਹੋ ਗਿਆ ਤੇ ਧਰਤੀ ਬਣ ਗਿਆ, ਉਸੇ ਤਰ੍ਹਾਂ ਧਰਤੀ ਦਾ ਇੱਕ ਟੁਕੜਾ ਅਲੱਗ ਹੋ ਗਿਆ ਤੇ ਚੰਨ ਬਣ ਗਿਆ, ਮੂਨ ਬਣ ਗਿਆ। Many people think that the moon came out of the great hollow which is now the Pacific Ocean between America and Japan. ਤੇ ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਚੰਨ ਉਸ ਵਿਸ਼ਾਲ ਖੱਡੇ, ਉਸ ਵਿਸ਼ਾਲ ਟੋਏ ਚੋਂ ਨਿਕਲਿਆ ਜਿਹੜਾ ਵਰਤਮਾਨ ਸਮੇਂ ਵਿੱਚ ਅਮਰੀਕਾ ਤੇ ਜਾਪਾਨ ਵਿਚਾਲੇ ਸਥਿਤ ਪੈਸੀਫਿਕ ਓਸ਼ੀਅਨ ਹੈ, ਪ੍ਰਸ਼ਾਂਤ ਮਹਾਸਾਗਰ ਹੈ। ਤੇ ਲੋਕਾਂ ਦਾ ਇਹ ਮੰਨਣਾ ਕਿ ਅਮਰੀਕਾ ਦੇ ਵਿਚਕਾਰ ਵਾਲੀ ਜਿਹੜੀ ਥਾਂ ਹੈ ਜਿੱਥੇ ਹੁਣ ਪੈਸੀਫਿਕ ਓਸ਼ੀਅਨ ਹੈ, ਉਹ ਥਾਂ ਪਹਿਲਾਂ ਸ਼ਾਰਟ ਆਊਟ ਹੋ ਗਈ ਤੇ ਉਹ ਥਾਂ ਸ਼ਾਰਟ ਆਊਟ ਹੋ ਕੇ ਅਰਥ ਤੋਂ ਮੂਨ ਬਣ ਗਈ ਤੇ ਉਹ ਥਾਂ ਟੋਇਆ ਪੈ ਗਿਆ ਤੇ ਹੁਣ ਉੱਥੇ ਪੈਸੀਫਿਕ ਓਸ਼ੀਅਨ ਹੈ। ਸੋ ਦਾ ਅਰਥ ਸਟਾਰਟਡ ਟੂ ਕੂਲ। ਤੇ ਇਸੇ ਤਰ੍ਹਾਂ ਅਰਥ ਠੰਡੀ ਹੋਣ ਲੱਗੀ ਜਿਵੇਂ ਕਿ ਅਸੀਂ ਪਹਿਲਾਂ ਗੱਲ ਕਰ ਰਹੇ ਸੀ। ਇਟ ਟੁੱਕ ਅ ਲੌਂਗ ਟਾਈਮ ਓਵਰ ਇਟ। ਤੇ ਇਸ ਨੂੰ ਅਜਿਹਾ ਕਰਨ ਵਿੱਚ ਬਹੁਤ ਸਮਾਂ ਲੱਗਾ। ਗ੍ਰੈਜੂਅਲੀ ਦਾ ਸਰਫੇਸ ਆਫ ਅਰਥ ਬਿਕੇਮ ਕੂਲਰ ਆਲਦੋ ਦਾ ਇੰਟੀਰੀਅਰ ਰਿਮੇਨਡ ਵੈਰੀ ਹੌਟ। ਤੇ ਹੌਲੀ ਹੌਲੀ ਧਰਤੀ ਦੀ ਸਤਹ ਮੀਨਸ ਕਿ ਉਸਦਾ ਸਰਫੇਸ ਆ ਠੰਡਾ ਹੋ ਰਿਹਾ ਸੀ, ਭਾਵੇਂ ਉਸਦਾ ਅੰਦਰੂਨੀ ਭਾਗ ਬਹੁਤ ਗਰਮ ਸੀ। ਈਵਨ ਨਾਓ ਇਫ ਯੂ ਗੋ ਡਾਊਨ ਅ ਕੋਲ ਮਾਈਨ ਇਟ ਬਿਕਮਸ ਹੌਟਰ ਐਂਡ ਹੌਟਰ ਐਜ਼ ਯੂ ਗੋ ਡਾਊਨ। ਤੇ ਅੱਜ ਵੀ ਜੇਕਰ ਤੁਸੀਂ ਕੋਲੇ ਦੀ ਖਾਣ ਵਿੱਚ ਜਾਓ ਤਾਂ ਤੁਸੀਂ ਥੱਲੇ ਜਾ ਕੇ ਦੇਖੋਗੇ ਕਿ ਜਿੰਨਾ ਤੁਸੀਂ ਹੇਠਾਂ ਜਾਓਗੇ ਉਨਾ ਹੀ ਥੱਲੇ ਜ਼ਿਆਦਾ ਗਰਮ ਹੋਊਗਾ। ਪ੍ਰੋਬੇਬਲੀ ਇਫ ਯੂ ਕੁਡ ਗੋ ਡਾਊਨ ਡੀਪ ਇਨਫ ਇਨਸਾਈਡ ਦ ਅਰਥ ਯੂ ਵੁੱਡ ਫਾਈਂਡ ਇਟ ਰੈਡ ਹੌਟ। ਸ਼ਾਇਦ ਜੇਕਰ ਤੁਸੀਂ ਧਰਤੀ ਦੇ ਅੰਦਰ ਕਾਫੀ ਡੂੰਘਾਈ ਵਿੱਚ ਜਾ ਸਕੇ ਤਾਂ ਤੁਹਾਨੂੰ ਉਹ ਲਾਲ ਤੇ ਤਪਦੀ ਹੋਈ ਮਿਲੂਗੀ, ਮੀਨਸ ਕਿ ਧਰਤੀ ਅੰਦਰ ਤੋਂ ਬਹੁਤ ਜ਼ਿਆਦਾ ਗਰਮ ਹੈ। The moon also started to cool, and because it was much smaller than even the earth, it cooled more quickly than the earth.
ਤੇ ਜਿਸ ਤਰ੍ਹਾਂ ਧਰਤੀ ਕੂਲ ਹੋਈ ਉਸ ਤਰ੍ਹਾਂ ਮੂਨ ਵੀ, ਚੰਦਰਮਾ ਵੀ ਜਿਹੜਾ ਕੂਲ ਹੋਣ ਲੱਗਾ, ਕਿਉਂਕਿ ਉਹ ਧਰਤੀ ਤੋਂ ਵੀ ਛੋਟਾ ਸੀ ਤੇ ਉਸ ਨੂੰ ਕੂਲ ਹੋਣ ਵਿੱਚ, ਠੰਡੇ ਹੋਣ ਵਿੱਚ ਘੱਟ ਸਮਾਂ ਲੱਗਾ। ਇਟ ਲੁਕਸ ਡਿਲਾਈਟਫੁਲੀ ਕੂਲ, ਡਜ਼ ਇਟ ਨਾਟ? ਡਿਲਾਈਟਫੁਲ ਹੁੰਦਾ ਹੈ ਆਨੰਦਦਾਇਕ, ਕਿ ਜਿਹੜਾ ਮੂਨ ਹੈ ਉਹ ਕਾਫੀ ਡਿਲਾਈਟਫੁਲ ਕੂਲ ਹੈ, ਕਿ ਕੂਲ ਹੈ ਕਿ ਨਹੀਂ, ਇਹ ਸਾਨੂੰ ਦੱਸੋ। ਇਟ ਇਜ਼ ਕਾਲਡ ਦ ਕੋਲਡ ਮੂਨ, ਪਰਹੈਪਸ ਇਟ ਇਜ਼ ਫੁੱਲ ਆਫ ਗਲੇਸ਼ੀਅਰਸ ਐਂਡ ਆਈਸ ਫੀਲਡਸ। ਗਲੇਸ਼ੀਅਰ ਦਾ ਅਰਥ ਹੁੰਦਾ ਹਿਮ ਨਦੀ, ਤੇ ਮੂਨ ਨੂੰ ਕੋਲਡ ਮੂਨ, ਠੰਡਾ ਚੰਦਰਮਾ ਵੀ ਕਿਹਾ ਜਾਂਦਾ, ਤੇ ਇਹ ਹਿਮ ਨਦੀਆਂ ਅਤੇ ਬਰਫ਼ ਦੇ ਮੈਦਾਨਾਂ ਨਾਲ ਭਰਿਆ ਹੋਇਆ ਹੈ। ਵੈਨ ਦ ਅਰਥ ਕੂਲਡ, all the water vapor in the air condensed into water and probably came down as rain। ਤੇ ਨਾ ਇੱਥੇ ਇੱਕ ਸਾਇੰਸ ਦਾ ਕਨਸੈਪਟ ਹੈ ਜਿਸ ਨੂੰ ਅਸੀਂ ਕਹਿੰਦੇ ਕੰਡੈਂਸੇਸ਼ਨ, ਜਿਸ ਵਿੱਚ ਵਾਟਰ ਵੇਪਰ ਹੈ ਉਹ ਵਾਟਰ ਵਿੱਚ ਕਨਵਰਟ ਹੁੰਦਾ। ਤੇ ਹੁਣ ਜਦੋਂ ਅਰਥ ਹੈ ਉਹ ਕੂਲ ਹੋਈ ਤੇ ਉਸ ਤੋਂ ਬਾਅਦ ਕੀ ਹੋਇਆ, ਕੰਡੈਂਸੇਸ਼ਨ ਹੋਈ, ਜਿਹੜਾ ਵਾਟਰ ਵੇਪਰ ਉਹ ਕੰਡੈਂਸ ਹੋ ਗਿਆ ਤੇ ਵਾਟਰ ਵਿੱਚ ਕਨਵਰਟ ਹੋ ਗਿਆ, ਜਿਸ ਕਾਰਨ ਭਾਰੀ ਵਰਖਾ ਹੋਈ। ਇਟ ਮਸਟ ਹੈਵ ਰੇਨਡ ਅ ਟ੍ਰੋਮੈਂਡਸ ਲੋਟ ਦੈਨ, ਉਸ ਸਮੇਂ ਸੱਚਮੁੱਚ ਬਹੁਤ ਜ਼ਿਆਦਾ ਵਰਖਾ ਹੋਈ ਹੋਵੇਗੀ। All this water filled the great hollows in the earth and so the great oceans and seas were formed। ਤੇ ਇਸ ਸਾਰੇ ਪਾਣੀ ਨੇ ਧਰਤੀ ਦੇ ਸਾਰੇ ਟੋਇਆਂ ਨੂੰ ਭਰ ਦਿੱਤਾ ਹੋਏਗਾ ਤੇ ਇਸ ਤਰ੍ਹਾਂ ਵਿਸ਼ਾਲ ਮਹਾਸਾਗਰਾਂ ਅਤੇ ਸਮੁੰਦਰਾਂ ਦੀ ਰਚਨਾ ਹੋਈ ਹੋਵੇਗੀ। ਕਿ ਹੁਣ ਸਾਨੂੰ ਪਤਾ ਲੱਗਿਆ ਕਿ ਓਸ਼ੀਅਨਸ ਅਤੇ ਸੀਜ਼ ਹੈ ਕਿਸ ਤਰ੍ਹਾਂ ਬਣੇ, ਕਿ ਜਦੋਂ ਅਰਥ ਕੂਲ ਹੋਈ ਤੇ ਵਾਟਰ ਵੇਪਰ ਹੈ ਵਾਟਰ ਵਿੱਚ ਕਨਵਰਟ ਹੋ ਗਿਆ, ਕਾਫੀ ਜ਼ਿਆਦਾ ਮੀਂਹ ਪਿਆ ਤੇ ਜਿਹੜੇ ਅਰਥ ਵਿੱਚ, ਧਰਤੀ ਵਿੱਚ ਟੋਏ ਸੀਗੇ ਉਹ ਭਰ ਗਏ ਤੇ ਮਹਾਸਾਗਰ ਅਤੇ ਸਮੁੰਦਰ ਹੈ ਉਹ ਇਸ ਤਰ੍ਹਾਂ ਬਣੇ। As the earth became cooler and the oceans also became cooler, it became possible for living things to exist on the earth's surface or in the sea। ਤੇ ਜਿਵੇਂ ਜਿਵੇਂ ਧਰਤੀ ਹੋਰ ਠੰਡੀ ਹੋਈ ਤੇ ਮਹਾਸਾਗਰ ਵੀ ਹੋਰ ਜ਼ਿਆਦਾ ਠੰਡੇ ਹੋਏ ਤੇ ਧਰਤੀ ਦੀ ਸਤਹ ਅਤੇ ਸਮੁੰਦਰ ਵਿੱਚ ਜੀਵਾਂ ਦਾ ਰਹਿਣਾ ਸੰਭਵ ਪੋਸੀਬਲ ਹੋ ਸਕਿਆ। ਤੇ ਪਿਆਰੇ ਵਿਦਿਆਰਥੀਓ, ਇਹ ਸੀਗਾ ਤੁਹਾਡਾ ਪਾਠ ਦ ਮੇਕਿੰਗ ਆਫ ਦ ਅਰਥ। ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪਾਠ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਅਗਲੇ ਵੀਡੀਓ ਵਿੱਚ ਅਸੀਂ ਇਸ ਦੇ ਕੁਐਸਚਨ ਆਨਸਰਸ ਕਰਾਂਗੇ। ਉਸ ਵੀਡੀਓ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤਾ ਗਿਆ ਹੈ ਅਤੇ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਵੀ ਆ ਰਿਹਾ। ਹੁਣ ਦਿਓ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਇਜਾਜ਼ਤ। ਸਤਿ ਸ੍ਰੀ ਅਕਾਲ।